ਜਦੋਂ ਮਨੁੱਖ ਵਹਿਮਾਂ ਭਰਮਾਂ ਤੋਂ ਵੀ ਮੁਕਤ ਹੋ ਜਾਂਦਾ ਹੈ, ਮੈਦਾਨੇ ਜੰਗ 'ਚ ਜੂਝਣ ਲਈ ਤਿਆਰ ਵੀ ਹੋ ਜਾਂਦਾ ਹੈ, ਜਿਸ ਸਿੱਖ ਨੂੰ ਸੋਝੀ ਵੀ ਆ ਜਾਂਦੀ ਹੈ ਕਿ ਉਸ ਨੇ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ ਮੰਨਣਾ ਹੈ, ਫਿਰ ਜਿਸ ਮਨੁੱਖ ਨੇ ਮੈਦਾਨੇ ਜੰਗ ਦੇ ਵਿੱਚ ਜੂਝਣਾ ਹੈ, ਉਹਦੇ ਵਾਸਤੇ ਪਹਿਲਾ ਗੁਣ ਹੈ ਕਿ ਸ਼ਹਾਦਤ ਦਾ ਗੁਣ ਭਰਿਆ ਜਾਵੇ। ਜਿਹੜਾ ਮਨੁੱਖ ਮੈਦਾਨੇ ਜੰਗ 'ਚ ਡਰਦਾ ਹੈ, ਉਹ ਕਦੀ ਸ਼ਹਾਦਤ ਨਹੀਂ ਦੇ ਸਕਦਾ, ਤੇ ਜਿਹੜਾ ਸ਼ਹਾਦਤ ਦੇਣ ਦੇ ਵਾਸਤੇ ਤਿਆਰ ਨਹੀਂ, ਉਹ ਮੈਦਾਨੇ ਜੰਗ ਜਾ ਨਹੀਂ ਸਕਦਾ। ਇਹ ਦੋ ਗੱਲਾਂ ਨੇ। ਸ਼ਹੀਦ ਸ਼ਬਦ ਅਰਬੀ ਭਾਸ਼ਾ ਦਾ, ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਕਲਮਾ ਸ਼ਹਾਦਤ ਆਉਂਦਾ, ਹਦੀਸ ਦੇ ਵਿੱਚ ਸ਼ਾਹਦੀ ਔਰ ਸ਼ਹੀਦ ਸ਼ਬਦ ਆਉਂਦਾ। ਪਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 70 ਤੋਂ ਵੱਧ ਉਪਨਿਸ਼ਦ ਰਚੇ ਗਏ ਨੇ, ਕਿਸੇ ਇੱਕ ਦੇ ਵਿੱਚ ਵੀ ਸ਼ਹੀਦ ਸ਼ਬਦ ਨਹੀਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ 'ਚ ਬੈਠੇ ਹੋ, 2 ਵਾਰੀ ਸ਼ਹੀਦ ਸ਼ਬਦ ਆਉਂਦਾ ਹੈ। ਇੱਕ ਵਾਰੀ ਇਸ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਪੀਰ, ਪੈਗੰਬਰ, ਸਾਲਕ, ਸਾਦਕ, ਸੌਦੇ ਔਰ ਸ਼ਹੀਦ। ਦੂਸਰੀ ਵਾਰ ਇਸ ਦੀ ਵਰਤੋਂ ਭਗਤ ਰਵਿਦਾਸ ਜੀ ਨੇ ਕਬੀਰ ਸਾਹਿਬ ਦੇ ਪਰਿਵਾਰ ਬਾਰੇ ਗੱਲ ਕੀਤੀ ਹੈ, ਈਦ ਬਕਰੀਦ ਜਾ ਕੇ ਕੁੱਲ ਵਿਖੇ ਗਊਰੇ ਵੱਧ ਕਰੇ ਮਾਨੀਏ ਸੇਖ ਸ਼ਹੀਦ ਪੀਰਾ। 2 ਵਾਰੀ ਸ਼ਬਦ ਆਉਂਦਾ। ਪਰ ਸ਼ਹੀਦ ਸ਼ਬਦ ਨੂੰ ਇਸਲਾਮ ਨੇ ਪੈਦਾ ਕੀਤਾ ਹੈ, ਪਰਿਭਾਸ਼ਾ ਸਿੱਖਾਂ ਨੇ ਦਿੱਤੀ ਹੈ, ਔਰ ਸਿੱਖਾਂ ਨੇ ਜਿਹੜੀ ਪਰਿਭਾਸ਼ਾ ਦਿੱਤੀ ਹੈ, ਉਸ ਪਰਿਭਾਸ਼ਾ ਨਾਲ ਦੀ ਅਜੇ ਤੱਕ ਦੁਨੀਆ ਦੇ ਵਿੱਚ ਪਰਿਭਾਸ਼ਾ ਹੀ ਕੋਈ ਨਹੀਂ। ਇਸਲਾਮ ਨੇ ਕਿਹਾ ਹੈ ਕਿ ਕਾਫਰਾਂ ਦੇ ਖਿਲਾਫ ਲੜ ਕੇ ਖੁਦਾ ਦੇ ਦਰਬਾਰ ਵਿੱਚ ਜਾ ਕੇ ਗਵਾਹੀ ਦੇਣ ਵਾਲਾ ਸ਼ਹੀਦ ਹੈ। ਅੱਜ ਵੀ ਵੀਰ ਜਿਹੜੇ ਪੁਲਿਸ ਵਾਲੇ ਜਦੋਂ ਗਵਾਹੀ ਵਾਸਤੇ ਜਾਂਦੇ, ਕਹਿੰਦੇ ਸ਼ਹਾਦਤ 'ਤੇ ਚੱਲੇ, ਇਹੋ ਸ਼ਬਦ ਵਰਤਦੇ ਤੁਸੀਂ ਜੀ, ਸ਼ਹਾਦਤ 'ਤੇ ਚੱਲੇ। ਗਵਾਹੀ ਅਰਬੀ ਭਾਸ਼ਾ ਦਾ ਸ਼ਬਦ ਹੈ ਸ਼ਹਾਦਤ। ਸੋ ਜਿਸ ਵੇਲੇ ਹਜ਼ਰਤ ਮੁਹੰਮਦ ਸਾਹਿਬ, ਜਿਨ੍ਹਾਂ ਨੇ ਇਸ ਸ਼ਬਦ ਨੂੰ ਇਜਾਦ ਕੀਤਾ, ਜਿਨ੍ਹਾਂ ਨੇ ਇਹ ਸ਼ਬਦ ਪੈਦਾ ਕੀਤਾ, ਜੰਗੇ ਉਹਦ ਦੇ ਵਿੱਚ ਉਮੈਦ ਬਿਨ ਕਮਈਆ ਦੇ ਨਾਲ ਲੜ ਰਹੇ ਸੀ। ਉਮੈਦ ਬਿਨ ਕਮਈਆ ਨੇ ਵਾਰ ਕੀਤਾ, ਮੁਹੰਮਦ ਸਾਹਿਬ ਦੇ ਤਲਵਾਰ ਵੱਜੀ, ਜ਼ਮੀਨ 'ਤੇ ਡਿੱਗ ਪਏ। ਉਹਨਾਂ ਸਮਿਆਂ 'ਚ ਕੀ ਹੁੰਦਾ ਸੀ, ਕੁਝ ਲੋਕ ਮੌਤ ਤੋਂ ਡਰਦੇ ਮਰਨ ਦਾ ਨਾਟਕ ਕਰਦੇ ਸੀ। ਅਜੇ ਜਿਉਂਦੇ ਹੁੰਦੇ ਸੀ ਤੇ ਘੇਸ ਜੀ ਵੱਟ ਕੇ ਪੈ ਜਾਂਦੇ ਸੀ ਕਿ ਦੁਸ਼ਮਣ ਮਰਿਆ ਸਮਝ ਕੇ ਛੱਡ ਜਾਵੇ, ਤੇ ਦੁਸ਼ਮਣ ਵੀ ਆਮ ਵੈਰੀ ਨੂੰ ਤੇ ਭਾਵੇਂ ਛੱਡ ਦੇਵੇ, ਪਰ ਜਿਹੜਾ ਜਰਨੈਲ ਹੁੰਦਾ ਸੀ ਨਾ, ਉਹਦੇ ਬਾਰੇ ਉਹ ਇੱਕ ਵਾਰੀ ਪੂਰੀ ਤਰ੍ਹਾਂ ਦੇ ਨਾਲ ਪ੍ਰਮਾਣਿਤ ਕਰਦਾ ਸੀ ਕਿ ਸੱਚਮੁੱਚ ਮਰ ਗਿਆ ਕਿ ਜਿਉਂਦਾ ਹੈ। ਉਹਦੇ ਵਾਸਤੇ ਉਹ ਕੀ ਕਰਦਾ ਸੀ, ਉਹ ਪੱਥਰ ਦੇ ਨਾਲ ਦੰਦ ਤੋੜ ਕੇ ਵੇਖਦਾ ਸੀ। ਕੁਦਰਤਨ ਹੈ, ਜੇ ਬੰਦਾ ਜਿਉਂਦਾ ਹੈ ਤੇ ਪੱਥਰ ਦੇ ਨਾਲ ਦੰਦ ਤੋੜੇ ਜਾਣ, ਹਿੱਲੇਗਾ, ਸੀ ਵੀ ਕਰੇਗਾ, ਆਵਾਜ਼ ਵੀ ਕਰੇਗਾ, ਚੀਕ ਵੀ ਮਾਰੇਗਾ। ਦੰਦ ਤੋੜਾਉਣੇ ਸੌਖੇ ਨਹੀਂ, ਸਭ ਤੋਂ ਵੱਧ ਦਰਦ ਹੈ ਦੰਦ ਤੋੜੇ ਜਾਣ ਦੀ। ਹੁਣ ਮੁਹੰਮਦ ਸਾਹਿਬ ਡਿੱਗੇ ਨੇ, ਦੰਦ ਤੋੜ ਕੇ ਵੇਖਿਆ ਜਾ ਰਿਹਾ, ਮੌਤ ਤੋਂ ਡਰਦਿਆਂ ਸੀ ਨਹੀਂ ਕੀਤੀ। ਵਾਰਸ ਹੀਰ 'ਚ ਲਿਖਦਾ ਹੈ, ਕਹਿੰਦਾ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈਂ, ਸੀਸ ਸ਼ਾਹ ਹੁਸੈਨ ਦਾ ਕੱਟਦੀ ਹੈ, ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਹੈ। ਉਹ ਟੁੱਟੇ ਦੰਦ ਨੂੰ ਕਹਿੰਦੇ ਦੰਦ ਸ਼ਹੀਦ ਹੋਇਆ। ਤੇ ਸ਼ਹੀਦੀ ਦਾ ਜਿਹੜਾ ਪੈਰਾਮੀਟਰ ਅਸੀਂ ਦਿੱਤਾ ਹੈ, ਬੇਸ਼ੱਕ ਜੀਸਸ ਕ੍ਰਾਈਸਟ ਨੂੰ ਕਰੂਸੀਫਾਈ ਕੀਤਾ ਗਿਆ, ਅਸੀਂ ਕਹਿੰਦੇ ਸ਼ਹੀਦ ਹੈ, ਮੰਨਦੇ ਉਹਨਾਂ ਦੇ ਧਰਮ ਦਾ ਸ਼ਹੀਦ ਹੈ। ਮਨਸੂਰ ਨੂੰ ਸੂਲੀ 'ਤੇ ਚੜਾਇਆ ਗਿਆ, ਅਸੀਂ ਮੰਨਦੇ ਹਾਂ ਸ਼ਹੀਦ ਹੈ। ਹਜ਼ਰਤ ਅਲੀ ਨੂੰ ਮਸਜਿਦ ਦੇ ਵਿੱਚ ਸ਼ਹੀਦ ਕੀਤਾ ਗਿਆ, ਅਸੀਂ ਕਹਿੰਦੇ ਇਸਲਾਮ ਦਾ ਸ਼ਹੀਦ ਹੈ। ਹਜ਼ਰਤ ਹਸਨ ਨੂੰ ਉਸਦੇ ਜਜੀਦ ਦੇ, ਉਸਦੀ ਪਤਨੀ ਦੇ ਰਾਹੀਂ ਮਰਵਾ ਦਿੱਤਾ, ਅਸੀਂ ਕਹਿੰਦੇ ਸ਼ਹੀਦ ਹੈ। ਕਰਬਲਾ ਦੇ ਮੈਦਾਨ ਦੇ ਵਿੱਚ ਹੁਸੈਨ ਨੂੰ ਕਤਲ ਕਰਾਇਆ ਗਿਆ, ਅਸੀਂ ਕਹਿੰਦੇ ਹਾਂ ਸ਼ਹੀਦ ਹੈ। ਸੁਕਰਾਤ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ, ਫਲਸਫੇ ਦੇ ਖੇਤਰ ਦੇ ਵਿੱਚ ਅਸੀਂ ਮੰਨਦੇ ਹਾਂ ਸ਼ਹੀਦ ਹੈ। ਪਰ ਕੀ ਇਹ ਵੀ ਹੋ ਸਕਦਾ ਹੈ ਕਿ ਜੇਕਰ ਸਾਰੇ ਇਸੇ ਤਰ੍ਹਾਂ ਕਿਸੇ ਅਕੀਦੇ ਦੇ ਖਿਲਾਫ ਆਪਣੇ ਅਕੀਦੇ ਉੱਪਰ ਦ੍ਰਿੜ ਰਹਿ ਕੇ ਜਾਨਾਂ ਦੇਣ ਵਾਲੇ ਸ਼ਹੀਦ ਨੇ, ਤੇ ਕੋਈ ਸ਼ਹੀਦ ਇਵੇਂ ਦਾ ਵੀ ਹੋ ਸਕਦਾ ਜਿਸ ਨੂੰ ਕਿਹਾ ਜਾਵੇ ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ। ਸ਼ਹੀਦਾਂ ਦੇ ਵਿੱਚ ਵੀ ਕੋਈ ਰਾਜਾ ਹੋ ਸਕਦਾ ਹੈ, ਤੇ ਸਾਰੀਆਂ ਸ਼ਹਾਦਤਾਂ। ਤੇ ਇਹ ਜਿਹੜਾ ਸ਼ਹਾਦਤ ਦਾ ਗੁਣ ਭਰਨਾ ਸੀ, ਇਹ ਸ਼ਹੀਦਾਂ ਦੇ ਸਰਤਾਜ ਦੇ ਵਿੱਚੋਂ ਹੀ ਭਰਨਾ ਸੀ। ਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ 'ਚ ਹੋਇਆ। ਇਹ ਵੀ ਗੁਣ ਵਿਸਾਖ 'ਚੋਂ ਹੀ ਆਉਣਾ ਸੀ, ਉਹਨਾਂ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ 'ਚ ਹੋਇਆ। ਹੁਣ ਭਾਈ ਸਾਹਿਬ, ਭਾਈ ਗੁਰਦਾਸ ਇਸ ਸ਼ਹਾਦਤ ਦੇ ਬਾਰੇ ਜਿਹੜਾ ਜ਼ਿਕਰ ਕਰਦੇ ਨੇ, ਫੈਜ਼ ਦੇ ਇੱਕ ਸ਼ੇਅਰ ਲਿਖਿਆ ਹੈ, ਜੇ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ तो कोई बात नहीं, जिस दज से कोई मकतल में गया वो शान सलामत रहती है। फारसी ਦੇ 4 ਸ਼ਬਦ ਨੇ, ਕਤਲ, ਕਾਤਲ, ਮਕਤਲ ਔਰ ਮਕਤੂਲ। ਕਤਲ ਕਰਨ ਦੀ ਕਿਰਿਆ ਹੈ, ਕਾਤਲ ਜਿਹੜਾ ਕਰਦਾ ਹੈ, ਮਕਤਲ ਜਿਸ ਜਗ੍ਹਾ ਤੇ ਕੀਤਾ ਜਾਂਦਾ ਹੈ, ਤੇ ਮਕਤੂਲ ਜਿਸ ਦਾ ਕੀਤਾ ਜਾਂਦਾ ਹੈ। ਹੁਣ ਮਕਤੂਲ ਖੁਦ ਮਕਤਲ 'ਚ ਜਾ ਰਿਹਾ ਹੈ। ਸ਼ਹਾਦਤ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਨੇ ਵਿਲੱਖਣਤਾ ਇਹ ਹੈ ਕਿ ਕੋਈ ਗ੍ਰਿਫਤਾਰ ਕਰਕੇ ਨਹੀਂ ਲੈ ਕੇ ਜਾ ਰਿਹਾ, ਪਾਤਸ਼ਾਹ ਖੁਦ ਜਾ ਰਹੇ ਨੇ, ਤੇ ਜਾ ਕੇ ਜਿਸ ਤਰ੍ਹਾਂ ਸ਼ਹਾਦਤ ਦੇ ਰਹੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਬੜਾ ਪਿਆਰਾ ਬਿਆਨ ਕਰਦੇ। ਜਿਹੜੇ ਅੱਜ ਦੇ ਸਾਡੇ ਵਿਦਵਾਨ ਹੈ ਨਾ, ਉਹ ਉਸ ਰਚਨਾ ਦੇ ਉੱਚੇ ਮਿਆਰ ਨੂੰ ਸਮਝ ਨਹੀਂ ਪਾਉਂਦੇ, ਕਹਿੰਦੇ ਭਾਈ ਸਾਹਿਬ, ਭਾਈ ਗੁਰਦਾਸ ਨੇ ਸ਼ਹਾਦਤ ਦਾ ਜ਼ਿਕਰ ਕਿਉਂ ਨਾ ਕੀਤਾ, ਪਰ ਜਿਸ ਰੂਪ ਦੇ ਵਿੱਚ, ਜਿਸ ਸਹਿਜ 'ਚ ਕੀਤਾ, ਉਹਨੂੰ ਸਮਝ ਨਹੀਂ ਸਕੇ। ਉਹ ਕੀ ਕਹਿੰਦੇ ਨੇ, ਕਹਿੰਦੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਪਾਣੀ ਦੇ ਵਿੱਚ ਉਬਾਲਿਆ ਜਾ ਰਿਹਾ ਹੈ, ਪਰ ਮਨ ਇੰਨੇ ਸਹਿਜ ਦੇ ਵਿੱਚ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਮੱਛੀ ਹੁੰਦੀ ਹੈ।
खुद मकतल दे विच गए ने, दर्शन देख पतंग ज्यों ज्योति अंदर जोत समाणी। जिस तरह शमा बल रही होवे, मोमबत्ती बल रही होवे, परवाना खुद सड़न दे वास्ते आउंदा है। अगली गल वो कहंदे ने, शब्द सुरत लिव मिर्ग ज्यों भीड़ पई चित अवर ना आणी। हिरन का शिकार दो तरीकों नाल कीता जांदा है। जिस हिरन का शिकार मासवा करके करना हुंदा है मीट दे वास्ते, उहनूं तीर दे नाल मारिया जांदा है, ते जिस मिर्ग चों कस्तूरी कढणी हुंदी है उहनूं घंडे हेड़े दे राग दे नाल सद्दिया जांदा है। हुण ओह कहंदे ने कि शब्द सुरत लिव मिर्ग ज्यों भीड़ पई चित अवर ना जाणी। जिस तरह राग दे उपर खुद मिर्ग जांदा है, उन्होंने पता भी हुंदा शिकारी ने फड़ लेना, पर आप जांदा है। कहंदा गुरदेव पातशाह भी इसे तरह जा रहे हैं जिस तरह राग दे वल मिर्ग जा रहा है। हुण देग दे विच उबालिया जा रहा है, ढक्कन बंद है, ते उस अवस्था दे विच पातशाह दा सहज किन्ना है। भाई साहब भाई गुरदास कहंदे ने, चरण कमल मिल भवर ज्यों सुख संपट संग रैण विहाणी। संपट कहंदे ने बंद डब्बी नूं, सुख संपट संग रैण विहाणी। जिस तरह एक भंवरा कमल के फुल च बैठे ते फुल बंद हो जाए, पर कमल के भंवरे दे विच मौत दे नाल दो अखां चार कर रहा जिहड़ा भंवरा हुंदा, वो भी आनंद दे विच हुंदा, क्योंकि उहनूं मिलाप दा आनंद है। कहंदे हुण इत्थे गुरु साहब नूं देग दे विच उबालिया जा रहा, पर मन दे विच सहज इन्ना है कि इक्को गल कही जा सकती है, गुर अर्जन विट हो कुरबानी। कुरबान ही जाया जा सकता है। हुण ये जिहड़ा शहादत दा रंग, एक ते भाई साहब भाई गुरदास की रचना हो गई, दूजे पासे शहीदां दे सरताज किवें ने। जहांगीर की अपनी डायरी, जिसनूं तरीखे जहांगीरी भी कहा जाता, तुज़के जहांगीरी भी कहा जाता। पहला ये मैनूस्क्रिप्ट सी हैंड रिटन। 1934 दे विच इस नूं नवल किशोर प्रैस बठिंडा ने फारसी दे विच छापिया, ते 1971 दे विच जामिया दारुल इल्म ने इसका उर्दू अनुवाद किया। इहदे उर्दू अनुवाद दे विच एक एंट्री है, अर्जन का कतल, अर्जन का कतल। हुण जिहड़ा अर्जन का कतल है, उहदे विच लिखदा अमर करदम, अमर कहा जाता हुक्म नूं। ये कुछ शब्द गुरबाणी च जो संस्कृत च आउंदे ने अर्थ होर है, फारसी च आउंदे ने अर्थ होर है। अमर शब्द जो फारसी च आउंदा, सच्चे तेरे अमर सच्चे दीवान, उत्थे अमर का भाव है हुक्म। जिथे आउंदा पी अमृत आघान्या गुर अमृत राया, उत्थे अमर का भाव है मौत तो रहत। जिथे आउंदा दावा अगन बहुत तृण जाले, कोई हरियो बूट रियो ही, उत्थे दावा संस्कृत का शब्द है अग की एक किस्म। जिथे आउंदा दावा काहू को नहीं बड़ो देश बड़ राज, उत्थे दावा शब्द आ रहा फारसी दे विचों, जिहदा भाव है हक, दावा करना, हक करना। जिथे कर्म शब्द संस्कृत च आउंदा, उत्थे भाव है कम। जिथे कर्म फारसी च आउंदा, उसका भाव है रहम, कर्म करना, मेहर करनी। हुण वो कहंदा जहांगीर कहंदा अमर करदम, मैं हुक्म कीता की, कहंदा कि कतल करदम ऊ राबा सियासत वाबा यासा रसानंद। जे किते ओ गुरु अपनी दुकाने बातल, शब्द गुरु झूठ की दुकान, इस दुकान नूं, झूठ की दुकान नूं छड्ड के कलमा कुरान पढ़ के इस्लाम च आ जाता है तो जान बख्श दी जाए। शहीदां दे सरताज इस करके ने कि गुरु साहब दे कोल जिंदगी जीउण दा, जिंदगी बचाउण दा बड़ा सौखा रस्ता सी। अपने अकीदे नूं छड्ड के दूजे अकीदे च चले जाना, जिंदगी बचाई जा सकती सी। पर गुरदेव पातशाह ने जिंदगी का दरवाजा त्याग के मौत के दरवाजे नूं प्रवान किया। मैं कहना है जिन्होंने लोगों को शहीद मन्निया जाता है, जे किते उन्हां दे कोल ये ऑप्शन हुंदी, शायद ये शहादत ही ना हुंदी। जे उन्हां दे कोल ये ऑप्शन हुंदी, शायद शहादत ही ना हुंदी कि तुसीं जिंदगी जी सकते हो। मैं अकबर नजीबाबादी की किताब है तरीखे इस्लाम, फारसी दे विच, उन्होंने पढ़ के वेखियो। हजरत हुसैन नूं किंग ऑफ मार्टर कहा जाता है, शहीदां दा राजा उन्होंने कहा जाता है। पर जिस वेले करबला के मैदान दे वो लड़ रहा सी ना, तो हाथ जोड़ के जजीद के सैनापति समर के अगे बेनतियां कर रहा सी, मैनूं जान दिओ। सो जे किते उन्हां लोकां दे कोल जिंदगी जीउण की पेशकश हुंदी, शायद शहादत ही ना हुंदियां। गुरु साहब दे कोल जिंदगी जीउण का राह है, पर गुरु साहब फिर भी शहादत नूं प्रवान करते हैं। जिस कर असीं कहने गुर अर्जन विटहो कुरबानी, ते शहादत का रंग भरना सी खालसे दे विच, ते उस शहादत का रंग देण वाले गुरदेव पातशाह का जिहड़ा प्रगट दिवस है, वह भी विसाख के महीने दे विच। हुण अगला रंग भरना सी, जिन्होंने शहीद होना आ गया उही मैदाने जंग च जा सकता है। 2 विसाख, फिर विसाखी की घटना। 2 विसाख 1632 2 मुर्तजा खान होए ने, एक शेख फरीद बुखारी, एक लाहौर का सूबा मुर्तजा खान होया। कुछ थावां ते उसका नाम मुखलिस खान भी आता है, पर मुर्तजा खान उसका असली नाम से। उसने अपना बाज उड़ाया, वह बाज अमृतसर उड़ रहा है, खालसा कॉलेज जिथे अज अमृतसर है। उधरों गुरदेव पातशाह 6वें पातशाह उत्थे गए। हुण 6वें पातशाह की ने, पंचम पातशाह की शहादत हुंदी है,
ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ 5 ਪਿਆਲੇ 5 ਪੀਰ 6ਠਮ ਪੀਰ ਬੈਠਾ ਗੁਰ ਭਾਰੀ ਦਲ ਭੰਜਨ ਗੁਰ ਸੂਰਮਾ ਵੱਢ ਜੋਦਾ ਬਹੁ ਪਰਉਪਕਾਰੀ। ਅਗਲੀ ਗੱਲ ਸਮਝਿਓ, ਅਰਜਨ ਕਾਇਆ ਪਲਟ ਕੇ ਪ੍ਰਗਟ, ਸਰੀਰ ਬਦਲਿਆ ਜੋਤ ਉਹੀ ਹੈ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਕੇਵਲ ਸਰੀਰ ਬਦਲਿਆ ਹੈ, ਜੋਤ ਉਹੀ ਹੈ। ਜੋਤ ਹੁਆ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਸਰੀਰ ਬਦਲ ਰਿਹਾ ਹੈ, ਜੋਤ ਉਹੀ ਹੈ। ਹੁਣ ਉਹ 6ਵੇਂ ਪਾਤਸ਼ਾਹ ਦਾ ਉਡਾਇਆ ਬਾਜ ਉਸ ਮੁਰਤਜ਼ਾ ਖਾਨ ਦੇ ਬਾਜ ਨੂੰ ਜ਼ਮੀਨ ਤੇ ਸੁੱਟਦਾ ਹੈ। ਸਿੱਖ ਬਾਜ ਚੁੱਕ ਕੇ ਲੈ ਆਉਂਦੇ ਨੇ, ਪਾਣੀ ਪਿਆਉਂਦੇ ਨੇ, ਬਾਜ ਕਾਇਮ ਹੁੰਦਾ ਹੈ। ਉਹਨੇ ਚਿਰ ਨੂੰ ਮੁਗਲਾਂ ਦੇ ਅਹਿਲਕਾਰਾਂ ਨੂੰ ਪਤਾ ਲੱਗ ਜਾਂਦਾ ਕਿ ਬਾਜ ਗੁਰਦੇਵ ਪਾਤਸ਼ਾਹ ਦੇ ਸਿੱਖਾਂ ਦੇ ਕੋਲ ਹੈ। ਬਾਜ ਲੈਣ ਵਾਸਤੇ ਸਿਪਾਹੀ ਆਉਂਦੇ ਨੇ, ਤੇ ਜਿਹੜੇ ਸਾਡੇ ਵਰਗੇ ਢਿੱਲੀ ਜਿਹੀ ਕਿਸਮ ਦੇ ਸਿੱਖ ਹੁੰਦੇ ਨਾ, ਜਿਹੜੇ ਜੇ ਬਹੁਤੇ ਸਦਭਾਵਨਾ ਜੀ 'ਚ ਆ ਜਾਂਦੇ ਨੇ, ਜਿਹੜੇ ਜੇ ਬਹੁਤੇ ਮੋਡਰੇਟ ਸਮਝਦੇ ਨੇ, ਨੈਸ਼ਨਲਿਜ਼ਮ ਦੀ ਗੱਲ ਨਾ ਕਰੀਏ ਜੀ, ਖਾਲਸਾਈ ਵਿਰਾਸਤ ਦੀ ਗੱਲ ਨਾ ਕਰੀਏ, ਨਿਆਰੇਪਨ ਦੀ ਗੱਲ ਨਾ ਕਰੀਏ, ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦੇ ਅਧੀਨ ਸਦਭਾਵਨਾ ਦਾ ਰੌਲਾ ਜਿਹਾ ਪਾਈ ਜਾਣਗੇ। ਉਹ ਜਿਹੜੀ ਅਹਿੰਸਾਵਾਦੀ ਜੀ ਬਿਰਤੀ ਹੈ ਨਾ, ਉਹ ਹਰ ਥਾਂ 'ਤੇ ਹੁੰਦੀ ਹੈ। ਉਸ ਸਮੇਂ ਵੀ ਜਿਹੜੇ ਇਸ ਤਰ੍ਹਾਂ ਦੇ ਢਿੱਲੇ ਜਿਹੇ ਸਿੱਖ ਸੀ ਨਾ, ਕਹਿੰਦੇ ਪਾਤਸ਼ਾਹ ਪੰਛੀ ਤਾਂ ਹੈਗਾ ਬਾਜ, ਅਸੀਂ ਇਹ ਤੋਂ ਲੜ ਕੇ ਕੀ ਲੈਣਾ, ਵਾਪਸ ਦੇ ਦੇਣਾ ਚਾਹੀਦਾ, ਅਸੀਂ ਲੜ ਕੇ ਕੀ ਲੈਣਾ। ਪਰ ਪਾਤਸ਼ਾਹ ਕਹਿੰਦੇ ਤੁਹਾਨੂੰ ਪੰਛੀ ਨਜ਼ਰ ਆਉਂਦਾ, ਇਹ ਤੁਹਾਨੂੰ ਪੰਛੀ ਨਜ਼ਰ ਆਉਂਦਾ ਹੈ, ਮੇਰੇ ਵਾਸਤੇ ਕੀ ਹੈ। ਕਲਗੀਧਰ ਪਾਤਸ਼ਾਹ ਜ਼ਫਰਨਾਮੇ 'ਚ ਇੱਕ ਸ਼ਬਦ ਲਿਖਦੇ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼ ਖੁਦਾਵੰਦ ਬਖਸ਼ਿੰਦ ਇਹ ਐਸ਼ਵਰਸ਼। ਜਿੰਨਾ ਚਿਰ 4 ਚੀਜ਼ਾਂ ਨਾ ਹੋਣ ਉਹਨਾਂ ਚਿਰ ਰਾਜ ਜਿਹੜਾ ਹੋਂਦ 'ਚ ਨਹੀਂ ਆਉਂਦਾ। ਸਾਜ ਮਟੀਰੀਅਲਿਜ਼ਮ, ਬਾਜ ਚੇਤਨਤਾ, ਫੌਜ ਰੱਖਿਆ ਪ੍ਰਣਾਲੀ ਤੇ ਫਰਸ਼ ਜ਼ਮੀਨ। ਤੇ ਇਹਨਾਂ ਚੀਜ਼ਾਂ ਦੇ ਉੱਪਰ ਸਿਸਟਮ ਪੈਦਾ ਕਰਨ ਵਾਸਤੇ ਫਿਰ 4 ਚੀਜ਼ਾਂ ਦੀ ਲੋੜ ਹੁੰਦੀ ਹੈ। ਰਾਜਾ ਸਟੇਟ, ਮੁਕੱਦਮ ਬਿਊਰੋਕ੍ਰੇਸੀ, ਕਾਜ਼ੀ ਜੁਡੀਸ਼ਰੀ ਤੇ ਮੁੱਲਾ ਧਾਰਮਿਕ ਲੀਡਰਸ਼ਿਪ। ਹੁਣ ਇਹਨਾਂ ਸਾਰਿਆਂ ਨੂੰ ਰੱਦ ਕਰਕੇ ਹਲੀਮੀ ਰਾਜ ਸਿਰਜਣਾ ਹੈ, ਉਹ ਤਾਂ ਹੀ ਸਿਰਜਿਆ ਜਾ ਸਕਦਾ ਜੇ ਬਾਜ ਦੇ ਵਿੱਚੋਂ ਰਾਜ ਤੇ ਤਾਜ ਦੀ ਗੱਲ ਚੱਲੇ। ਉਸ ਵੇਲੇ ਮੁਗਲ ਅਹਿਲਕਾਰ ਦੇ ਸਿਪਾਹੀ ਕਹਿੰਦੇ ਨੇ, ਪਾਤਸ਼ਾਹ ਬਾਜ ਪੰਛੀ ਹੀ ਤਾਂ ਹੈ, ਵਾਪਸ ਦੇ ਦਿੱਤਾ ਜਾਵੇ। ਤੇ ਮੇਰੇ ਪਾਤਸ਼ਾਹ ਦਾ ਫਰਮਾਨ ਹੈ, ਤਿੰਤੇ ਬਾਜ ਨਾਹੀ ਅਬ ਦੇਣਾ, ਅਬ ਤਾਜ ਰਾਜ ਤਿੰਤੇ ਸਭ ਲੈਣਾ। ਗੱਲ ਬਾਜ ਦੀ ਨਹੀਂ ਹੈ, ਗੱਲ ਬਾਜ ਦੀ ਚੇਤਨਤਾ ਤੋਂ ਜਿਹੜੀ ਵੱਖਰੇ ਰਾਜ ਦੀ ਆ ਰਹੀ ਹੈ ਗੱਲ, ਤੇ ਉਹ ਹੈ। ਇਸੇ ਕਰਕੇ ਪਹਿਲੀ ਜੰਗ ਸਾਡੀ ਬਾਜ ਤੋਂ ਹੋਈ, ਤੇ ਉਹ ਵੀ ਵਿਸਾਖ ਦੇ ਮਹੀਨੇ ਦੇ ਵਿੱਚ ਹੋਈ। 6ਵੇਂ ਪਾਤਸ਼ਾਹ ਨੇ ਬਾਜ ਰੱਖਿਆ, 7ਵੇਂ ਪਾਤਸ਼ਾਹ ਨੇ ਬਾਜ ਰੱਖਿਆ, 9ਵੇਂ ਪਾਤਸ਼ਾਹ ਨੇ ਬਾਜ ਰੱਖਿਆ, 10ਵੇਂ ਪਾਤਸ਼ਾਹ ਨੂੰ ਅਸੀਂ ਕਿੰਨੇ ਪਿਆਰ ਦੇ ਨਾਲ ਬਾਜਾਂ ਵਾਲੇ। ਕਿਉਂ ਬਾਜ ਹੀ ਕਿਉਂ ਰੱਖਿਆ? ਬਾਜ ਦੇ ਕੁਝ ਗੁਣ ਨੇ। ਪਹਿਲਾ ਗੁਣ, गुजर औकात कर लेता है वो कोहो बियाबा में शाही के लिए जिल्लत है कारे आशियां बद्दी। ਅੱਜ ਵੀ ਦੁਬਈ ਜਾਓ, ਕੁਵੈਤ ਜਾਓ, ਅਫਗਾਨਿਸਤਾਨ ਜਾਓ, ਜਿਹੜੇ ਸ਼ਹਬਾਜ਼ ਜਿਸ ਨੂੰ ਗੋਲਡਨ ਫਾਲਕਨ ਕਿਹਾ ਜਾਂਦਾ, ਜਿਹੜਾ ਗੁਰੂ ਪਾਤਸ਼ਾਹ ਰੱਖਦੇ ਸੀ, ਜਿਹੜੇ ਸ਼ਿਕਾਰੀ ਉਹ ਬਾਜ ਰੱਖਦੇ ਨੇ, ਉਸ ਬਾਜ ਨੂੰ ਕਦੀ ਵੀ ਪਿੰਜਰੇ 'ਚ ਨਹੀਂ ਰੱਖਿਆ ਜਾਂਦਾ। ਉਸ ਨੂੰ ਪਿੰਜਰੇ 'ਚ ਰੱਖੀਏ ਜਾਂ ਉਹ ਆਪ ਮਰ ਜਾਂਦਾ ਹੈ ਜਾਂ ਪਿੰਜਰਾ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਕਮਰੇ 'ਚ ਰੱਖਿਆ ਜਾਂਦਾ। ਬਾਜ ਗੁਲਾਮੀ ਪਸੰਦ ਨਹੀਂ ਕਰਦਾ। ਸਿੱਖ ਦਾ ਵੀ ਇਹ ਸੁਭਾਅ ਹੈ। ਬਾਜ ਦਾ ਦੂਜਾ ਗੁਣ ਹੈ, परवाज है दोनों की एक ही फिजा में, करगस का जहाँ और है शाही का जहाँ और। बाज भुखा मर जाएगा जे खाण ਨੂੰ कुछ ना मिले, पर ਉਹ ਕਦੀ ਵੀ ਕਿਸੇ ਹੋਰ ਜਾਨਵਰ ਦਾ ਸ਼ਿਕਾਰ ਕੀਤਾ ਮਾਸ ਨਹੀਂ ਖਾਵੇਗਾ। ਇਹੀ ਸਿੱਖ ਦਾ ਅਸੂਲ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਬਾਜ ਦਾ ਅਗਲਾ ਗੁਣ ਹੈ, ਹਮਾਮੋ ਕਬੂਤਰ का भूखा नहीं मैं कह जिंदगी बाज की जायदाना, पलटना झपटना झपट कर लपटना लहू गर्म रखने का है एक बहाना। बाज ਆਪਣੇ ਜਨਮ ਤੋਂ ਲੈ ਕੇ ਮੌਤ ਤੱਕ ਆਪਣੀ ਜ਼ਿੰਦਗੀ 'ਚ ਆਲਸ ਨਹੀਂ ਆਉਣ ਦਿੰਦਾ, ਲੇਜੀਨੈਸ ਨਹੀਂ ਆਉਣ ਦਿੰਦਾ। ਤੇ ਸਿੱਖ ਨੂੰ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ, ਨਾਮ ਧਿਆਏ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹੁਣ ਤੇ ਅੰਮ੍ਰਿਤਸਰ ਨਹਾਉਣ ਤੋਂ ਵੀ, ਸਰੋਵਰ ਤੋਂ ਵੀ ਸਾਡੀ ਕੌਮ 'ਚ ਬੜਾ ਵੱਡਾ ਵਿਵਾਦ ਖੜਾ ਹੋ ਗਿਆ, ਬਹੁਤ ਹੀ ਵੱਡਾ ਵਿਵਾਦ ਖੜਾ ਹੋ ਗਿਆ, ਔਰ ਬਿਨਾਂ ਮਤਲਬ ਦਾ। ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਕਿ ਅਸੀਂ ਇਤਿਹਾਸਕ ਸਰੋਤਾਂ ਨੂੰ ਪੜ੍ਹਨਾ ਕਿਉਂ ਛੱਡ ਦਿੱਤਾ ਹੈ। 18ਵੀਂ ਸਦੀ ਦੇ ਸਰੋਤ ਪੜ੍ਹੀਏ ਨਾ ਅਸੀਂ, ਤੇ ਜਿਸ ਵੇਲੇ ਮੱਸਾ ਰੰਗੜ ਦੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਦਿੱਤਾ ਸੀ ਨਾ, ਸਿੱਖ ਉਦੋਂ ਵੀ ਇਸ਼ਨਾਨ ਕਰਨ ਜਾਂਦੇ ਰਹੇ ਆਪਣੀ ਜਾਨ ਤੇ ਖੇਡ ਕੇ। ਇਤਿਹਾਸ ਦੇ ਵਿੱਚ ਤੁਹਾਨੂੰ ਅਨੇਕਾਂ ਪ੍ਰਮਾਣ ਮਿਲ ਜਾਣਗੇ। ਖੈਰ ਇੱਕ ਵੱਖਰਾ ਵਿਸ਼ਾ ਹੈ। ਹੁਣ ਉਸ ਵੇਲੇ ਗੁਰਦੇਵ ਪਾਤਸ਼ਾਹ ਦੀ ਜਿਹੜੀ ਇਹ ਬਾਜ਼ ਦੀ ਚੇਤਨਤਾ ਹੈ, ਉਸ ਚੇਤਨਤਾ ਦਾ ਇਹ ਪੱਧਰ ਹੈ ਕਿ ਉਹਦੇ ਵਿੱਚ ਇੱਕ ਹੋਰ ਗੁਣ ਹੈ। ਉਹ ਗੁਣ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਆਲਸ ਨਹੀਂ ਆਉਣ ਦਿੰਦਾ। ਸਿੱਖ ਦੀ ਜ਼ਿੰਦਗੀ ਦੀ ਇਸ ਤਰ੍ਹਾਂ ਦੀ। ਅਗਲਾ ਉਹਦਾ ਗੁਣ ਹੈ, ਉਹ ਕਾਬੀ रूह जब बेदार होती है नौजवानी में नजर आती है उनको अपनी मंजिल आसमानों पर, नहीं तेरा ठिकाना कसरे सुल्तानी के गुंबद पर, तू शाही है बसेरा कर पहाड़ों की चट्टानों पर। बहुत ਉੱਚਾ ਉੱਡਦਾ ਹੈ ਬਾਜ, ਬਹੁਤ ਉੱਚਾ ਉੱਡਦਾ ਹੈ। ਅੱਜ ਵੀ ਜਿਹੜੀ ਫਾਲਕਨ ਡਾਈਵਿੰਗ ਹੁੰਦੀ ਹੈ ਨਾ, ਜਿਹੜੇ ਫਾਈਟਰ ਪਲੇਨ ਹੁੰਦੇ ਨੇ, ਜਿਹੜੇ ਜੰਗੀ ਜਹਾਜ਼ ਬਣਾਏ ਜਾਂਦੇ ਨੇ, ਉਹਨਾਂ ਦੀ ਡਾਈਵਿੰਗ ਜਿਹੜੀ ਹੈ ਨਾ ਬਾਜ ਦੇ ਨਾਲ ਵੇਖੀ ਜਾਂਦੀ ਹੈ ਕਿ ਉਹਦੀ ਕਿੰਨੇ ਮੀਲ ਪਰ ਸੈਕਿੰਡ ਸਪੀਡ ਹੈ ਬਾਜ ਦੀ ਜਿਹੜੀ।
ਡਾਈਵਿੰਗ ਦੀ ਜਿਹੜੀ ਸਪੀਡ ਹੈ, ਬਹੁਤ ਉੱਚਾ ਉੱਡਦਾ, ਆਪਣਾ ਧਿਆਨ ਜਿਹੜਾ ਜ਼ਮੀਨ ਤੇ ਰੱਖਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਖ ਦਾ ਮਨ ਨੀਵਾਂ ਤੇ ਮੱਤ ਉੱਚੀ। ਉਹਦਾ ਅਗਲਾ ਗੁਣ ਹੈ, दिए बादी से मत घबरा ऐ उकाब जे तो चलती है तुझे ऊंचा उड़ाने के लिए। दुनिया के जिन्ने बाकी पंछी ने वो सारे हवा की डायरैक्शन दे विच उड़ते हैं, एक बाज इहो जिहा पंछी है जिहड़ा हमेशा हवा की डायरैक्शन के उल्ट उड़ता है। बिल्कुल उस तरह भगतां की चाल निराली, चाल निराली भगतां केरी बिखम मार्ग, जिथे सारे लोग जिहड़े राह ते जांदे सी उस राह ते नहीं जाना, साडा राह किहड़ा है, जब लग खालसा रहे न्यारा, न्यारा रस्ता है तब लग तेज। सो इस करके साडी पहली जंग जिहड़ी सी शुरुआत की वो चेतनता तो ही बाज तो, ते वह बाज जिहड़ा उहदी जंग दा जिहड़ा समा वो भी 2 विसाख दे महीने दे विच है, ते कलगीधर पातशाह दे विसाख दे महीने नूं तां भी चुनिया। अगली गल आ जाती है कि कुछ होर लोग भी सिੱਖੀ चाहणगे, जदों जोत की गल हुई है जुगत की गल नाल आवेगी, जोत वहाँ जुगत साए गल आवेगी नाल। हुण कुछ लोग मैं कहा सी कुछ ते डरदे भज गए, कुछ अहंकार दे विचों निकल गए, तो जरूरी नहीं सारे माड़े सी, कुछ लोग चंगे भी सी। गुरु हर राय साहब अगले पातशाह ते आ जाइए। गुरु हर राय साहब गलोटियां खुरद पिंड गए ने, सियालकोट के नेड़े, उत्थे उन्हां दा चौर बरदार सिख वसदा सी, भाई कीरतरीया जिहड़ा चौर की सेवा करिया करदा सी, उहदे पिंड चले गए। जदों उसके पिंड जाके बैठे ने तो एक खत्तरी आया नंद राम, उसने कहा पातशाह मैं तुहाडे कोलों सिੱਖੀ की दात लैनी है। नंद राम खत्तरी कहता, वो किसी साजिश के नाल नहीं आया, वो किसी कर्मकांड के नाल नहीं आया, वो केवल शरधा के नाल गुरु नूं गुरु मन के आया, मैं सिੱਖੀ की दात लैनी है। हुण इत्थे भी जोत उही है, तो उही जोत पहले जामे च है। जदों मरदाना जाण लगा गुरु नानक साहब दे नाल ते की उपदेश दिता सी, केस कतल नहीं करने, तंबाकू की वरतों नहीं करनी, अमृत वेले उठना वंड के छकना, ते आए गए अभ्यागत की सेवा करनी। हुण 7वें जामे दे विच नंद राम कह रहा पातशाह सिੱਖੀ की दात लैनी है, तो इहो 3 उपदेश ने, केस कतल नहीं करवाने, तंबाकू की वरतों नहीं करनी, सवेरे उठना, अमृत वेला संभालना, आए अभ्यागत की सेवा करनी है, तो वंड के छकना। सिख बनया, उहदे घर 2 पुत्र बागमल ते भागमल ने जन्म लिया। एक बेटी सी जिसका नाम भागभरी भी आउंदा, कुछ थावां ते उसका नाम सुरसती भी आउंदा, 2 स्रोत सानूं कहते हैं। नाम कोई भी होवे, उहदी एक बेटी सी। ये जिहड़ा बागमल सी, ਇਹਦਾ ਵਿਆਹ ਹੋਇਆ ਭਾਈ ਕਨਈਏ ਦੇ ਬੇਟੇ ਲੱਛੀ ਰਾਮ ਦੀ ਬੇਟੀ ਬੀਬੀ ਕੌਰਾਂ ਦੇ ਨਾਲ, ਤੇ ਬੀਬੀ ਕੌਰਾਂ ਤੇ ਬਾਗਮਲ ਦੇ ਕੁੱਖ ਦੇ ਵਿੱਚੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰੱਖਿਆ ਗਿਆ ਹਕੀਕਤ ਸਿੰਘ। ਹਕੀਕਤ ਸਿੰਘ ਦਾ ਮਾਮਾ ਸੀ ਅਰਜਨ ਸਿੰਘ ਜਿਹੜਾ ਸ਼ਹੀਦ ਹੋਇਆ ਲਾਹੌਰ ਦੇ ਵਿੱਚ। ਹਕੀਕਤ ਸਿੰਘ ਦੀ ਘਰਵਾਲੀ ਦਾ ਨਾਂ ਸੀ ਬੀਬੀ ਨੰਦ ਕੌਰ। ਬੀਬੀ ਨੰਦ ਕੌਰ ਦੇ ਪਿਤਾ ਦਾ ਨਾਂ ਸੀ ਸਰਦਾਰ ਕਿਸ਼ਨ ਸਿੰਘ ਉੱਪਲ। सरदार किशन सिंह उप्पल के 2 भरा सी, डाल सिंह ते मला सिंह, जिन्होंने काजी अब्दुल हक का सिर वड्ढिया सी। काजी अब्दुल हक वो सी जिसने शबेग सिंह ते शहबाज सिंह नूं चखड़ियां ते चढ़न का फरमान जारी किया सी। और इस तो होर अगे आ जाइए, हकीकत राय की भूआ जिहड़ी है बीबी सुरसती, उहदा विआह होया सी शिवराम कपूर दे नाल, ते शिवराम कपूर के घर एक बच्ची ने जन्म लिया सी जिसका नाम रखा सी साहिब कौर। ते मई 1712 दे विच साहिब कौर का विआह होया सी बंदा सिंह बहादुर दे नाल। हुण तुसीं एक गल दा ख्याल करियो, जिहदा नानका परिवार भाई कन्हैया, जिहदा दादका परिवार नंद राम, जिहदा सहुरा परिवार जिहड़ा है वो किशन सिंह उप्पल, ते जिहदी भूआ का परिवार जिहदा जीजा लगदा बंदा सिंह बहादुर, वो हकीकत राय किवें हो गया? वो हकीकत राय किवें हो गया? वो हकीकत सिंह सी। प्रमाण लैना होवे ते पहेवे वाली भट्ट वई शहीद होने तो बाद जो फुल तारे गए ने, उत्थे जिहड़ा इंदराज दर्ज है उत्थे लिखा हकीकत सिंह वल्द बागमल वल्द नादनराम जाति सिख वासी सियालकोट लाहौर में मारा गया। ये पहेवे वाली भट्ट वई दे शब्द ने। सो ये जिहड़ी उस वेले इस परिवार ने सिੱਖੀ की दात लई है, जिस दे सदका होर परिवारां ने भी सिੱਖੀ च आउणा सी। ये घटना भी विसाख 1660 दे विच वापरी है। हुण अगे आ जाइए, शहादत की गल आ गई, वीर रस की गल आ गई, मिठ बुलड़ेपन की गल आ गई, जोत और जुगत की गल आ गई। खालसे च सारे गुण पूरे हो गए अपने अंदरूनी गुणों के वास्ते, जिसनों सस्टेन्ड कंटीन्यूड प्रोसैस कहते हैं, लगातार एकसर विकास की प्रक्रिया। सारे गुण अपने च आ गए। हुण इस गुण का समाज नूं की फायदा होवे? समाज नूं सब तो वड्डा फायदा सी खालसे दे इन्हां गुणां दा जिहड़े भरे गए ने, वो प्रेरणा लई गई गुरु तेग बहादुर साहब की शहादत तो। दुनिया की सब तो वड्डी शहादत, जिस दे बारे कलगीधर पातशाह नूं कहना पै गया, तेग बहादुर सी किरिया करी ना किन्हों आन।
ਇਵੇਂ ਦੀ ਸ਼ਹਾਦਤ ਦੁਨੀਆ ਤੇ ਕੋਈ ਨਹੀਂ ਹੋ ਸਕਦੀ। ਕਿਉਂ? ਪਹਿਲੇ ਜਾਮੇ ਦੇ ਵਿੱਚ ਜਿਸ ਜੰਜੂ ਦਾ, ਜਿਸ ਧੋਤੀ ਦਾ, ਜਿਸ ਟੋਪੀ ਦਾ, ਜਿਸ ਤਿਲਕ ਦਾ ਇਹ ਕਹਿ ਕੇ ਤਸਕਾਰ ਕਰ ਦਿੱਤਾ ਕਿ ਦਇਆ ਕਪਾਹ ਸੰਤੋਖ ਸੂਤ ਜੱਟ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪੰਡੇ ਘੱਤ ਨਾ ਇਹ ਟੁੱਟੇ ਨਾ ਮਨ ਲਾਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜਿਨ ਗੱਲ ਪੱਲੇ ਪਾਏ। ਤੇ ਅੱਜ ਉਸੇ ਦੇ ਧਾਰਨੀ ਦਰਬਾਰ ਦੇ ਵਿੱਚ ਆਏ ਨੇ ਤੇ ਪਾਤਸ਼ਾਹ ਕਹਿੰਦੇ ਨੇ ਠੀਕਰ ਫੋਰ ਦਲੀ ਸਿਰ ਪ੍ਰਾਪਰ ਕੀਆ ਪਿਆ। ਹੁਣ ਖਿਆਲ ਕਰਿਓ, ਜਿਸ ਚੀਜ਼ ਦੇ ਨਾਲ ਸੰਬੰਧ ਹੀ ਕੋਈ ਨਹੀਂ ਉਹਦੇ ਵਾਸਤੇ ਵੀ ਆਪਣੇ ਸਰੀਰ ਦਾ ਠੀਕਰਾ ਭੰਨਿਆ ਜਾ ਸਕਦਾ ਹੈ, ਸ਼ਹਾਦਤ ਦਿੱਤੀ ਜਾ ਸਕਦੀ ਹੈ। ਇਹਦੇ ਤੋਂ ਵੱਡੀ ਮਨੁੱਖੀ ਹੱਕਾਂ ਦੀ ਮਿਸਾਲ ਕਿਹੜੀ ਹੋ ਸਕਦੀ? ਹੁਣ ਖਾਲਸੇ ਦੇ ਵਿੱਚ ਹਿਊਮਨ ਰਾਈਟਸ ਦਾ ਗੁਣ ਵੀ ਭਰਨਾ ਸੀ ਤੇ ਉਹ ਨੌਵੇਂ ਪਾਤਸ਼ਾਹ ਤੋਂ ਭਰਿਆ ਗਿਆ। ਨੌਵੇਂ ਪਾਤਸ਼ਾਹ ਦੇ ਬਾਰੇ ਨੰਦ ਲਾਲ ਗੰਜਨਾਮੇ ਦੇ 104 ਨੰਬਰ ਸ਼ੇਅਰ ਦੇ ਵਿੱਚ ਇੱਕ ਗੱਲ ਕਹਿੰਦੇ ਨੇ, ਕਹਿੰਦੇ ਤੇਗ ਬਹਾਦਰ ਰਾਜ ਸਿਰ ਪਾਓ ਅਫਜ਼ਾਲ ਜੀਨਤ ਰਾਏ ਮਹਿਫਿਲ ਜ਼ਾਹੋ ਜਲਾਲ। ਕਿਸੇ ਮੁਸਲਮਾਨ ਵੀਰ ਨੂੰ ਪੁੱਛੀ ਕੀ ਹਾਲ ਹੈ, ਕਹਿੰਦਾ ਖੁਦਾ ਦਾ ਫਜ਼ਲ ਹੈ, ਮਿਹਰ ਹੈ, ਕਰਮ ਹੈ, ਰਹਿਮ ਹੈ। ਤੇਗ ਬਹਾਦਰ ਸਾਹਿਬ ਦੇ ਬਾਰੇ ਨੰਦ ਲਾਲ ਕਹਿੰਦੇ ਨੇ, ਕਹਿੰਦੇ ਦੁਨੀਆ ਦੀ ਸਾਰੀ ਮਿਹਰ ਤੇ ਫਜ਼ਲ ਇੱਕ ਤਾਂ ਇਕੱਠੇ ਕਰ ਲਈਏ ਨਾ, ਤੇਗ ਬਹਾਦਰ ਰਾਜ ਸਿਰੋਂ ਪਾਓ ਅਫਜ਼ਾਲ, ਤੇ ਸਿਰ ਤੋਂ ਪੈਰਾਂ ਤੱਕ ਜਿੰਨੇ ਵੀ ਦੁਨੀਆ ਦੇ ਫਜ਼ਲ ਤੇ ਮਿਹਰਾਂ ਨੇ ਇਕੱਠੇ ਕਰ ਲਈਏ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹ ਵੀ ਛੋਟੇ ਨੇ। ਸਾਰੀ ਦੁਨੀਆ ਦਾ ਰਹਿਮ ਇੱਕ ਤਾਂ ਇਕੱਠਾ ਕਰ ਲਈਏ, ਇੰਨਾ ਰਹਿਮ ਵਾਲਾ ਹਿਰਦਾ ਹੈ, ਰਹਿਮ ਵਾਲਾ ਹਿਰਦਾ ਹੀ ਹੈ ਨਾ। ਕਿਸੇ ਧਰਮ ਦੇ ਚਿੰਨ੍ਹ ਉਤਾਰੇ ਜਾ ਰਹੇ ਨੇ, ਕੋਈ ਸ਼ਹੀਦ ਹੋ ਰਿਹਾ, ਇਹ ਤੋਂ ਵੱਡਾ ਰਹਿਮ ਕਿਹੜਾ ਹੋ ਸਕਦਾ? ਮਨੁੱਖੀ ਹੱਕਾਂ ਦੀ ਰਾਖੀ ਦੇ ਵਾਸਤੇ ਇਸ ਤੋਂ ਵੱਡੀ ਕਿਹੜੀ ਸ਼ਹਾਦਤ ਹੋ ਸਕਦੀ ਹੈ? ਤੇ ਨੰਦ ਲਾਲ ਕਹਿੰਦੇ ਨੇ ਤੇਗ ਬਹਾਦਰ ਰਾਜ ਸਿਰ ਪਾਓ ਅਫਜ਼ਾਲ ਜੀਨਤ ਰਾਏ ਮਹਿਫਿਲ ਜ਼ਾਹੋ ਜਲਾਲ। ਪਰ ਕਹਿੰਦੇ ਗੱਲ ਇਹ ਨਹੀਂ ਹੈ ਕਿ ਉਹ ਰਹਿਮ ਦੇ ਮੁਜੱਸਮੇ ਨੇ, ਪਰ ਜਦੋਂ ਕਿਤੇ ਉਹ ਮਹਿਫਲ ਦੇ ਵਿੱਚ ਵਾਰਤਾਲਾਪ ਕਰਦੇ ਨੇ ਨਾ ਤੇ ਉਹਨਾਂ ਦੇ ਅੱਗੇ ਕੋਈ ਬੋਲ ਨਹੀਂ ਸਕਦਾ। ਮੈਂ ਮਹਿਫਲ ਦੀ ਵਾਰਤਾਲਾਪ ਦੀ ਗੱਲ ਨਹੀਂ ਕਰਨ ਲੱਗਾ, ਮੈਂ ਮਕਤਲ ਦੀ ਵਾਰਤਾਲਾਪ ਦੀ ਗੱਲ ਕਰਨ ਲੱਗਾ। ਚਾਂਦਨੀ ਚੌਕ ਦੇ ਵਿੱਚ ਕਾਜ਼ੀ ਵਹਾਬੁਦੀਨ, ਦਿੱਲੀ ਦਾ ਚੌਧਰੀ ਬੁਤਫਲਤ ਖਾਨ, ਔਰੰਗਜ਼ੇਬ ਉਸ ਵੇਲੇ ਹਸਨ ਬਦਾਲ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਸਮੇਂ ਔਰੰਗਜ਼ੇਬ ਦਿੱਲੀ 'ਚ ਨਹੀਂ ਸੀ। ਸਵਾਲ ਕਰਦਾ ਹੈ ਕਾਜੀ, ਕਹਿੰਦਾ ਤੇਗ ਬਹਾਦਰ ਤੇਰੇ ਸਾਹਮਣੇ ਤਿੰਨ ਕਾਫ ਨੇ, ਤਿੰਨ ਕਾਫ, ਤਿੰਨ ਕੱਕੇ। ਪਹਿਲਾ ਕਾਫ ਹੈ ਕਿ ਜੇ ਕਿਤੇ ਕਲਮਾ ਕੁਰਾਨ ਪੜ੍ਹ ਕੇ ਇਸਲਾਮ 'ਚ ਆ ਜਾਵੇ ਤਾਂ ਵੀ ਜ਼ਿੰਦਗੀ ਬਚ ਸਕਦੀ ਹੈ। ਦੂਸਰਾ ਕਾਫ ਹੈ ਕਮਾਲੇ ਕਰਾਮਾਤ, ਕਰਾਮਾਤ ਵਿਖਾ ਦੇਵੇ ਤਾਂ ਵੀ ਜ਼ਿੰਦਗੀ ਬਚ ਸਕਦੀ ਹੈ। ਤੀਸਰਾ ਕਾਫ ਹੈ ਕਤਲ, ਜੇਕਰ ਦੂਜੇ ਦੋ ਕਾਫ ਪ੍ਰਵਾਨ ਨਹੀਂ ਕਰਨੇ ਫਿਰ ਤੀਜਾ ਕਾਫ ਕਤਲ ਹੈ। ਹੁਣ ਪਾਤਸ਼ਾਹ ਜੀਨਤ ਰਾਏ ਮਹਿਫਿਲ ਜ਼ਾਹੋ ਜਲਾਲ ਕਿਵੇਂ ਦਾ ਜਵਾਬ ਦਿੰਦੇ ਨੇ? ਕਹਿੰਦੇ ਵਹਾਬੁਦੀਨ ਜੇ ਮੈਂ ਤੇਰਾ ਪਹਿਲਾ ਕਾਫ ਪ੍ਰਵਾਨ ਕਰਦਾ ਹੈ ਨਾ ਕਲਮਾ ਕੁਰਾਨ, ਤੇ ਜੇ ਕਿਤੇ ਮੈਂ ਅੱਜ ਮੌਤ ਤੋਂ ਡਰਦਾ ਦੀਨ ਇਸਲਾਮ ਕਬੂਲ ਕਰ ਲਵਾਂ ਤੇ ਮੇਰੀ ਆਉਣ ਵਾਲੀ ਉਮਤ ਸਿੱਖ ਕਿਵੇਂ ਰਹਿ ਸਕਦੀ ਹੈ? ਦੂਜੀ ਗੱਲ, ਤੇਰਾ ਦੂਸਰਾ ਕਾਫ ਹੈ ਕਮਾਲੇ ਕਰਾਮਾਤ, ਮੈਂ ਕਾਮਲ ਕਰਾਮਾਤ ਵਿਖਾ ਕੇ ਜਾਨ ਬਚਾ ਦੇਵਾਂ ਤੇ ਮੇਰੇ ਧਰਮ ਦੀ ਆਤਮਾ ਦੀ ਮੌਤ ਹੋ ਜਾਵੇਗੀ, ਮੈਨੂੰ ਮੰਨਣ ਵਾਲੇ ਸਿੱਖ ਕਹਿਣਗੇ ਕਿ ਗੁਰੂ ਮੌਤ ਤੋਂ ਡਰਦਾ ਕਰਾਮਾਤ ਵਿਖਾ ਗਿਆ। ਤੇਰਾ ਤੀਸਰਾ ਕਾਫ, ਮੈਂ ਤੇਰੇ ਦੋਵੇਂ ਹੀ ਕੱਕਿਆਂ ਨੂੰ ਅਪਰਵਾਨ ਕਰਦਾ ਕਾਫ ਨੂੰ, ਮੈਂ ਤੇਰਾ ਤੀਜਾ ਕਾਫ ਪ੍ਰਵਾਨ ਕਰਦਾ, ਜੇ ਮੈਂ ਕਤਲ ਕਾਫ ਨੂੰ ਪ੍ਰਵਾਨ ਕਰਦਾ ਮੇਰਾ ਕਤਲ ਸ਼ਹਾਦਤ ਹੋਵੇਗਾ ਤੇ ਮੇਰੀ ਜਿਹੜੀ ਸ਼ਹਾਦਤ ਹੈ ਇਹਦੇ ਨਾਲ ਮੇਰੀ ਕੌਮ ਦੇ ਸਰੀਰ ਤੇ ਮੇਰੀ ਕੌਮ ਦੀ ਆਤਮਾ ਨੂੰ ਬਲ ਮਿਲੇਗਾ, ਮੈਂ ਮੌਤ ਪ੍ਰਵਾਨ ਕਰਦਾ। ਇੱਕ ਗੁੰਚਾ ਜੀ ਕਵੀ ਹੋਏ ਨੇ, ਉਹਨਾਂ ਨੇ ਬਿਲਕੁਲ ਇਸ ਜਿਹੜੀ ਕਾਫ ਦੀ ਪ੍ਰਕਿਰਿਆ ਹੈ, ਜਿਹੜਾ ਗੁਰੂ ਸਾਹਿਬ ਦਾ ਆਤਮਿਕ ਓਜ਼ ਹੈ, ਉਹਨੂੰ ਆਪਣੀ ਕਵਿਤਾ 'ਚ ਬਿਆਨ ਕੀਤਾ। ਉਹ ਕੀ ਕਹਿੰਦੇ ਨੇ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਇੰਜ ਲੱਗਦਾ ਕਹਿ ਰਹੇ ਹੁਣ, ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਮੇਰਾ ਕੁਝ ਨਹੀਂ ਸਕਦੀਆਂ ਖੋਹ ਤੇਗਾ, ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਮੇਰੇ ਪਿਓ ਨੇ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾ, ਹੁਣ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋਹ ਤੇਗਾਂ। ਗੁਰਦੇਵ ਪਾਤਸ਼ਾਹ ਨੇ ਦੱਸ ਦਿੱਤਾ ਭਵਿੱਖ ਦੀ ਗੱਲ, ਇਹਨੂੰ ਭਵਿੱਖ ਬਾਣੀ ਨਾ ਕਹੀਏ, ਪਾਤਸ਼ਾਹ ਨੇ ਦੱਸ ਦਿੱਤਾ ਕਿ ਜਦੋਂ ਵੀ ਕਿਸੇ ਕੌਮ ਦੇ ਰਹਿਬਰ ਦੀ ਸ਼ਹਾਦਤ ਹੋਵੇਗੀ ਵੀਰ ਰਸ ਪੈਦਾ ਹੋਵੇਗਾ। ਸੋ ਇਹ ਵੀ ਗੁਣ ਭਰਿਆ ਗਿਆ। ਤੇ ਹੁਣ ਵਿਸਾਖ ਦਾ ਉਹ ਦਿਨ ਹੈ ਜਦੋਂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਗਟ ਕਰਨਾ ਹੈ, ਤੇ ਕਲਗੀਧਰ ਪਾਤਸ਼ਾਹ ਜਦੋਂ ਪ੍ਰਗਟ ਹੁੰਦੇ ਨੇ ਤੇ ਸ਼ਬਦ ਆਉਂਦਾ ਹੈ, ਪ੍ਰਾਣ ਮੀਤ ਪਰਮਾਤਮਾ ਪਰਖੋਤਮ ਪੂਰਾ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਹੁਣ ਇਹ ਸਾਰੀ ਪ੍ਰਕਿਰਿਆ ਨੂੰ ਵੇਖੀਏ, ਮੈਂ ਆਪਣੇ ਲੈਕਚਰ ਦੇ ਅੰਤ ਚਾਹਾਂ ਸਾਰੀ ਪ੍ਰਕਿਰਿਆ ਨੂੰ ਵੇਖੀਏ ਕਿ ਮੈਂ ਕਿਹਾ ਸੀ ਨਾ ਇਹ ਸਾਜਣਾ ਹੈ ਨਾ ਇਹ ਜਨਮ ਹੈ। ਜਿਹੜਾ ਸਾਜਿਆ ਜਾਂਦਾ ਟੁੱਟਦਾ, ਬ੍ਰਹਿਮੰਡ ਵੀ ਸਾਜਿਆ ਗਿਆ, ਆਪ ਹੀ ਨੇ ਆਪ ਸਾਜਿਓ ਵੀ ਖਤਮ ਹੋਣਾ। ਜਿਹੜਾ ਜਨਮ ਹੈ ਉਸ ਦੇ ਨਾਲ ਮੌਤ ਹੈ। ਜਿੰਨਾ ਚਿਰ ਗੁਰੂ ਸਰੀਰ ਕਰਕੇ ਜੰਮਦਾ, ਭੱਟ ਸਾਹਿਬ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਪਰ ਜਦੋਂ ਗੁਰੂ ਜੋਤ ਦਾ ਮਾਲਕ ਬਣ ਜਾਂਦਾ ਫਿਰ ਸਰੀਰ ਨਹੀਂ ਰਹਿ ਜਾਂਦਾ। ਇਸੇ ਕਰਕੇ ਸਿੱਖ ਸਰੀਰ ਨੂੰ ਨਹੀਂ ਮੰਨਦਾ। ਸਿੱਖ ਦਾ ਗੁਰੂ ਸਰੀਰ ਨਹੀਂ ਹੈ, ਬਿਲਕੁਲ ਸਰੀਰ ਨਹੀਂ ਹੈ।
ਇੱਕ ਉਦਾਹਰਨ ਲੈਣੀ ਹੋਵੇ ਇਤਿਹਾਸ ਦੇ ਵਿੱਚੋਂ, 1519 ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਮੁਜ਼ੱਫਰਾਬਾਦ ਦੇ ਇਲਾਕੇ 'ਚ ਬੈਠੇ ਨੇ, ਪਾਕਿਸਤਾਨ ਦਾ ਇਲਾਕਾ। ਉੱਥੇ ਇੱਕ ਬੜਾ ਅਮੀਰ ਸੇਠ ਹੈ। ਮੈਂ ਸੇਠ ਦੀਆਂ ਜੇ ਪੀੜ੍ਹੀਆਂ ਵੱਲ ਜਾਵਾਂ ਤੇ ਮੈਂ ਪਹਿਲਾਂ ਗੱਲ ਕੀਤੀ ਸੀ ਅਲਾਉਦੀਨ ਖਿਲਜੀ, 1340 ਦੇ ਸਮੇਂ ਦਾ ਇਲਾਕਾ। ਉਹਦੇ ਸਮੇਂ ਇੱਕ ਰਾਜਪੂਤ ਹੈ ਤਜ। ਤਜ ਦਾ ਬੇਟਾ ਸੀ ਰਾਣਾ ਕੋਤਜ। ਕੋਤਜ ਦਾ ਪੁੱਤਰ ਸੀ ਕਰਨ। ਕਰਨ ਦਾ ਪੁੱਤਰ ਸੀ ਕੈਸ਼ਬ। ਕੈਸ਼ਬ ਦਾ ਪੁੱਤਰ ਸੀ ਚਾਡਾ। ਚਾਡੇ ਦਾ ਪੁੱਤਰ ਸੀ ਰਾਏ ਥਿੱਡਾ। ਰਾਏ ਥਿੱਡੇ ਦਾ ਪੁੱਤਰ ਸੀ ਮੌਲਾ। ਮੌਲੇ ਦਾ ਪੁੱਤਰ ਸੀ ਮੋਤਾ। ਮੋਤੇ ਦਾ ਪੁੱਤਰ ਸੀ ਬਹੋੜੂ। ਬਹੋੜੂ ਦਾ ਪੁੱਤਰ ਸੀ ਬਾਬਾ ਸੌਣ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਤੇ ਬਾਬਾ ਸੌਣ ਕਹਿੰਦਾ ਬਾਬਾ ਤੂੰ ਹੁਣ ਚਲੇ ਜਾਣਾ ਤੇ ਮੇਰਾ ਦਿਲ ਨਹੀਂ ਲੱਗਦਾ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਸੌਣ ਉਹ ਬਾਬਾ ਸੌਣ ਸਰੀਰ ਨਾਲ ਨਾ ਜੁੜ। ਜੇ ਸਰੀਰ ਨਾਲ ਜੁੜੇਗਾ ਤੇ ਇਹ ਤਾਂ ਜਨਮਿਆ ਹੈ, ਇਹਨੇ ਖਤਮ ਹੋਣਾ, ਫਿਰ ਵਿਛੋੜਾ ਪਵੇਗਾ। ਪਰ ਜੇ ਕਿਤੇ ਸ਼ਬਦ ਦੇ ਨਾਲ, ਜੋਤ ਦੇ ਨਾਲ ਜੁੜ ਜਾਵੇਗਾ ਨਾ, ਤੇ ਤੇਰੀਆਂ ਪੀੜ੍ਹੀਆਂ ਦਾ ਵਿਛੋੜਾ ਨਹੀਂ ਪਵੇਗਾ। ਸਰੀਰ ਨਾਲ ਜੁੜੇਗਾ ਤੇ ਮੇਰੇ ਜਾਣ ਨਾਲ ਹੀ ਵਿਛੋੜਾ ਪੈ ਜਾਵੇਗਾ। ਸ਼ਬਦ ਦੇ ਨਾਲ ਜੁੜੇਗਾ, ਕਦੀ ਵਿਛੋੜਾ ਨਹੀਂ ਪਵੇਗਾ। ਇਸੇ ਬਾਬੇ ਬਹੋੜੂ ਦਾ ਬੇਟਾ ਸੀ ਬਾਬਾ ਸੌਣ। ਬਾਬੇ ਸੌਣ ਦਾ ਬੇਟਾ ਅਰਥਾ। ਅਰਥੇ ਦਾ ਪੁੱਤਰ ਬਿੰਨਾ। ਬਿੰਨੇ ਦਾ ਪੁੱਤਰ ਦਾਸਾ। ਦਾਸੇ ਦਾ ਪੁੱਤਰ ਬਾਬਾ ਮੱਖਣ ਸ਼ਾਹ ਲਬਾਣਾ। ਤੇ ਬਾਬਾ ਮੱਖਣ ਸ਼ਾਹ ਲਬਾਣਾ ਦੇ 3 ਪੁੱਤ, ਖੁਸ਼ਹਾਲ ਸਿੰਘ, ਜਵੰਦ ਸਿੰਘ ਤੇ ਲਾਲ ਸਿੰਘ, ਜਿਨ੍ਹਾਂ 'ਚੋਂ 2 ਸ਼ਹੀਦ ਹੋਏ ਨੇ। ਜਿਉਂ ਪੀੜ੍ਹੀ ਗੁਰੂ ਸਾਹਿਬ ਦੇ ਨਾਲ ਜੁੜੀ ਰਹੀ, ਕਿਉਂ? ਦੇਹ ਦੇ ਨਾਲ ਨਹੀਂ ਜੁੜੀ, ਸ਼ਬਦ ਦੇ ਨਾਲ ਜੁੜੀ ਹੈ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ 'ਚ ਆਏ ਤੇ ਭਾਈ ਗੁਰਦਾਸ ਨੇ ਕਹਿਤਾ ਸਤਿਗੁਰ ਨਾਨਕ ਪ੍ਰਗਟਿਆ। ਜੋਤ ਦੀ ਗੱਲ ਆਈ ਤੇ ਭੱਟ ਸਾਹਿਬਾਨ ਨੇ ਕਹਿ ਦਿੱਤਾ ਕਿ ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਪੰਚਮ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ ਭਾਈ ਗੁਰਦਾਸ ਨੇ ਕਹਿ ਦਿੱਤਾ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਹੁਣ ਦਸਮ ਪਾਤਸ਼ਾਹ ਆ ਗਏ ਨੇ, ਜਿੱਥੇ ਹੈ ਪ੍ਰਾਣ ਮੀਤ ਪਰਮਾਤਮਾ ਪੁਰਖੋਤਮ ਪੂਰਾ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਇੱਥੇ ਵੀ ਸ਼ਬਦ ਪ੍ਰਗਟ ਆ ਗਿਆ। ਗੁਰੂ ਨਾਨਕ ਸਾਹਿਬ ਦੇ ਨਾਲ ਵੀ ਪ੍ਰਗਟ ਆਇਆ, ਇੱਥੇ ਵੀ ਸ਼ਬਦ ਪ੍ਰਗਟ ਆ ਗਿਆ। ਹੁਣ ਜੁਗਤ ਕਿੱਥੇ ਰੱਖਣੀ ਗੁਰੂ ਸਾਹਿਬ ਨੇ? ਜਿਹੜੀ ਜੁਗਤ ਵਿਆ ਉਹ ਵੀ ਪ੍ਰਗਟ ਹੋਵੇਗੀ। ਗੁਰੂ ਸਾਹਿਬ ਨੇ ਜੁਗਤ ਕਿੱਥੇ ਰੱਖੀ? ਉਹ ਵੀ ਪ੍ਰਗਟ ਸ਼ਬਦ 'ਚ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ। ਤੇ ਪ੍ਰਗਟ ਕੀਤੇ ਖਾਲਸੇ ਨੂੰ। ਜਦੋਂ ਜੋਤ ਦੇ ਲੜ ਆਇਆ ਸ਼ਬਦ ਉੱਥੇ ਵੀ ਪ੍ਰਗਟ ਕੀਤਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ। ਇਸ ਕਰਕੇ ਜੋਤ ਔਰ ਜੁਗਤ ਪ੍ਰਗਟ ਹੁੰਦੇ ਨੇ। ਖਾਲਸਾ ਨਾ ਸਾਜਿਆ ਗਿਆ, ਨਾ ਜੰਮਿਆ, ਖਾਲਸਾ ਪ੍ਰਗਟ ਕੀਤਾ ਗਿਆ। ਜਿਹੜੀ ਜੋਤ ਔਰ ਜੁਗਤ, ਜੋਤ ਗ੍ਰੰਥ ਹੈ, ਖਾਲਸਾ ਪੰਥ ਜੁਗਤ ਦੇ ਰੂਪ ਦੇ ਵਿੱਚ ਹੈ। ਇਸੇ ਕਰਕੇ ਜਦੋਂ ਸਰੀਰ ਕਰਕੇ ਅਸੀਂ ਵੇਖਦੇ ਹਾਂ, ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਮਨਾਏ ਜਾਂਦੇ ਨੇ, ਉਹਨਾਂ ਦੇ ਜੋਤੀ ਜੋਤ ਦਿਵਸ ਮਨਾਏ ਜਾਂਦੇ ਨੇ। ਪਰ ਜਿੱਥੇ ਜੋਤ ਔਰ ਜੁਗਤ ਦੀ ਗੱਲ ਆਉਂਦੀ ਹੈ, ਗ੍ਰੰਥ ਔਰ ਪੰਥ ਦਾ ਕਦੀ ਵੀ ਜੋਤੀ ਜੋਤ ਦਿਵਸ ਨਹੀਂ ਮਨਾਇਆ ਜਾ ਸਕਦਾ। ਇਸ ਕਰਕੇ ਇਹ ਪ੍ਰਗਟ ਦੀ ਪ੍ਰਕਿਰਿਆ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।